जय जिनेंद्र। आत्मा चैनल देख रहे हैं सभी दर्शकों का मैं नलिनी स्वागत करती हूं। आइए बढ़ते हैं आज के धार्मिक और सामाजिक समाचारों की ओर। सनातन प्रेमी गाय को गौ माता का दर्जा देते हैं, वो गौ माता की पूजा करते हैं और घर में बनी पहली रोटी भी गौ माता को ही खिलाई जाती है। वहीं जैन मुनि जगदीश कामधेनु गौशाला डेरा बस्सी में हवन यज्ञ किया गया और गौ माता को चारा खिलाकर भक्तों ने सेवा का लाभ लिया। इस अवसर पर कई गौ भक्तों ने हवन यज्ञ में आहुति डालकर गौ माता की सेवा करने का संकल्प लिया। गौ माता का ध्यान करते कि हे गौ माता, आपके शरीर में समस्त देवी देवताओं का वास है। सब तीर्थमयी गाय, सब देवमयी गाय, सारे देवता सारे तीर्थ गौ के शरीर में विराजमान है। इसलिए ये अन्न खीर गौ माता को आहुति अग्नि में देनी है। अग्नि वरुण कुबेर भंडारी गौ माता के कमर में वास करते हैं, तो ध्यान गौ माता का और आहुति अग्नि में समर्पित करनी है। अंबिका स्वर्ण सिंह भी आए हुए हैं, आज वो अन्न लाए हैं, यह कट्टों में भरा रखा है। यज्ञ के बाद उसका भी संकल्प कराएंगे गौ माता के लिए। तो जो जिस भाव से दान करता है, जिस भाव से कर्म करता है, भगवान सबके भावों को पढ़ते हुए सबके मनोरथ पूर्ण करे। गौ माता सबके जीवन में मंगल। माता तो माता ही होती है, माता तो हमेशा दया और आशीर्वाद ही देती है। लेकिन हम लोगों का भी फर्ज है कि समय समय पर, केवल अमावस के दिन नहीं, जब भी समय मिले अपने बच्चों के जन्मदिन पर, अपने जन्मदिन पर, अपनी मैरिज एनिवर्सरी पर गौओं की आकर के सेवा करा करें। जब मन बने, भगवान ऐसा मन दे कि अमावस के अलावा भी यहाँ बैठ करके यज्ञ करें, गौओं की सेवा करें, तो गौ माता आपके सब मनोरथ पूर्ण करेगी। बोलिए गौ माता की। आत्मा ब्यूरो की रिपोर्ट। आज लुधियाना के गवर्नमेंट कॉलेज फॉर वुमेन में यूथ एसोसिएशन ऑफ लुधियाना द्वारा स्वामी विवेकानंद को समर्पित 2 दिवसीय यूथ फेस्टिव का आयोजन किया गया। इस कार्यक्रम में विद्यार्थियों द्वारा पंजाबी सभ्याचार को विभिन्न तरीकों से पेश किया गया। यूथ एसोसिएशन के डायरेक्टर जनरल दविंदर सिंह लोटे ने जानकारी देते हुए बताया कि यह 2 दिवसीय प्रोग्राम स्वामी विवेकानंद को समर्पित है, जो कि युवाओं के रोल मॉडल है और आज के युवाओं को स्वामी विवेकानंद से कुछ सीखने की ज़रूरत है, जिन्होंने विदेशों में जाकर भी हमारे भारत का मान बढ़ाया। ਇਹ ਅਸੀਂ ਗਵਰਨਮੈਂਟ ਕਾਲਜ ਲੜਕੀਆਂ ਦੇ ਵਿੱਚ 2 ਰੋਜ਼ਾ ਜਿਹੜਾ ਪ੍ਰੋਗਰਾਮ ਹੈ, ਜ਼ਿਲ੍ਹਾ ਪੱਧਰੀ 2 ਰੋਜ਼ਾ ਪ੍ਰੋਗਰਾਮ ਹੈ, ਜਿਹਦੇ ਵਿੱਚ ਇਹ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਡਿਸਟ੍ਰਿਕਟ ਯੂਥ ਵੀਕ ਅਸੀਂ ਮਨਾ ਰਹੇ ਹਾਂ, ਜਿਹਦੇ ਵਿੱਚ ਅਸੀਂ ਮਤਲਬ 2 ਕੱਲ੍ਹ ਜਿਵੇਂ 23 ਤਰੀਕ ਨੂੰ ਅਲੱਗ-ਅਲੱਗ ਕੰਪੀਟੀਸ਼ਨ ਕਰਵਾਏ, ਜਿਹਦੇ ਵਿੱਚ ਸਪੀਚ ਸੀਗੀ ਅਤੇ ਸੈਮੀਨਾਰ ਕਰਵਾਇਆ ਗਿਆ, ਅਤੇ ਉਸ ਦੇ ਨਾਲ ਅੱਜ ਹੈ ਜਿਹੜਾ ਤੇ ਬਲੱਡ ਡੋਨੇਸ਼ਨ ਵੀ ਕੱਲ੍ਹ ਕਰਵਾਇਆ ਗਿਆ, ਜਿਹਦੇ ਵਿੱਚ 38 ਯੂਨਿਟ ਸੀ ਜਿਹੜੇ ਉਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਵਿੱਚ ਕਿਹੜੇ ਪ੍ਰੋਗਰਾਮ ਲਿਖੇ ਜਾ ਰਹੇ ਨੇ, ਹੋਰ ਕਿਹੜੇ ਇੱਥੇ ਸਾਨੂੰ ਪ੍ਰਦਰਸ਼ਨੀਆਂ ਦੇਖਣ ਨੂੰ ਮਿਲਣ ਜੀ। ਅੱਜ ਮੈਂ ਇਹ ਹੈ ਕਿ ਅੱਜ ਸਾਡੇ ਕੋਲੇ ਇੱਕ ਤਾਂ ਕਲਚਰਲ ਪ੍ਰੋਗਰਾਮ ਹੈ ਅਤੇ ਇੱਕ ਸਾਡੇ ਕੋਲੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਕਲੌਜ ਮੇਕਿੰਗ ਹੈ, ਉਹ ਕੰਪੀਟੀਸ਼ਨ ਹੈ ਜੀ। ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇਸ ਦਾ ਯੂਥ ਦੇ ਵਿੱਚ ਕੀ ਕੁਝ ਅਸਰ ਦੇਖਣ ਨੂੰ ਮਿਲੇਗਾ, ਕੀ ਕੁਝ ਸੰਦੇਸ਼ ਦੇਣਾ ਚਾਹੋਗੇ? ਜੀ, ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਨਾ ਜੀ, ਇਹ ਸਾਰਾ ਮਤਲਬ ਕਿਉਂਕਿ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੈ, ਕਿਉਂਕਿ ਉਹ ਯੂਥ ਦੇ ਰੋਲ ਮਾਡਲ ਮੰਨੇ ਜਾਂਦੇ ਨੇ। ਇਸ ਕਰਕੇ ਯੂਥ ਨਾਲ ਸੰਬੰਧਿਤ ਇਹ ਮਤਲਬ ਜਿੰਨੇ ਵੀ ਅਸੀਂ ਕੰਪੀਟੀਸ਼ਨ ਵੀ ਕਰਵਾ ਰਹੇ ਹਾਂ, ਉਹ ਸਾਰੇ ਸਵਾਮੀ ਵਿਵੇਕਾਨੰਦ ਜੀ ਨਾਲ ਸੰਬੰਧਿਤ ਨੇ ਹੈ। ਚਾਹੇ ਉਹ ਕੰਪੀਟੀਸ਼ਨ ਹੈਗਾ ਤੁਹਾਡਾ ਪੋਸਟਰ ਮੇਕਿੰਗ ਹੈ, ਚਾਹੇ ਡੈਕਲਾਮੇਸ਼ਨ ਹੈ, ਉਹ ਸਾਰਾ ਉਹਨਾਂ ਦੇ ਨਾਲ ਹੈ। ਕਿਉਂਕਿ ਯੂਥ ਹੈ ਜਿਹੜਾ, ਅਸੀਂ ਦੇਖਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਯੂਥ ਹੈ ਜਿਹੜਾ ਉਹ ਗਲਤ ਰਸਤੇ 'ਤੇ ਜਾ ਰਿਹਾ ਹੈਗਾ, ਕਿਉਂਕਿ ਕਿਸੇ ਵੀ ਦੇਸ਼ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਉਹ ਨੌਜਵਾਨ ਪੀੜ੍ਹੀ ਹੁੰਦੀ ਹੈ। ਸੋ ਸਾਡਾ ਜਿਹੜਾ ਯੂਥ ਹੈ, ਅਸੀਂ ਇਹ ਇੱਕ ਤਰੀਕੇ ਨਾਲ ਸਾਡਾ ਅਵੇਅਰਨੈਸ ਪ੍ਰੋਗਰਾਮ ਹੈ ਕਿ ਬੱਚਿਆਂ ਨੂੰ ਥੋੜ੍ਹਾ ਅਵੇਅਰ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਜਿਹੜੇ ਰਹਿਬਰ ਨੇ, ਤੁਹਾਡੇ ਜਿਹੜੇ ਰੋਲ ਮਾਡਲ ਨੇ, ਉਹ ਕਿੱਦਾਂ ਦੇ ਲੋਕ ਸੀਗੇ। ਕਿਉਂਕਿ ਸਵਾਮੀ ਵਿਵੇਕਾਨੰਦ ਜੀ ਜਦੋਂ ਧਾਰਮਿਕ ਪ੍ਰੀਸ਼ਦ ਦੇ ਵਿੱਚ ਅਮਰੀਕਾ ਗਏ, ਸ਼ਿਕਾਗੋ ਦੇ ਵਿੱਚ ਗਏ, ਤਾਂ ਜਿਹੜੀ ਉਹਨਾਂ ਨੇ ਉੱਥੇ ਜਾ ਕੇ ਸਪੀਚ ਕੀਤੀ, ਲੈਕਚਰ ਕੀਤੀ, ਤਾਂ ਦੁਨੀਆ ਨੂੰ ਹੈਰਾਨ ਕਰਤਾ ਸੀ ਉਹਦੇ ਵਿੱਚ, ਤਾਂ ਕਿ ਵੀ ਤੁਹਾਨੂੰ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਤੁਹਾਡੇ ਜਿਹੜੇ ਰੋਲ ਮਾਡਲ ਨੇ ਇਹ ਲੋਕ ਨੇ। ਭਗਤ ਸਿੰਘ ਵਰਗੇ, ਸ਼ਹੀਦ ਭਗਤ ਸਿੰਘ ਵਰਗੇ, ਸਰਾਭੇ ਵਰਗੇ ਤੁਹਾਡੇ ਰੋਲ ਮਾਡਲ ਨੇ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਤਾਂ ਉਹਨਾਂ ਤੋਂ ਸੇਧ ਲੈਣ ਦੇ ਲਈ ਇਹੋ ਜਿਹੇ ਪ੍ਰੋਗਰਾਮ ਨੇ ਜਿਹੜਾ ਯੂਥ ਸਰਵਿਸ ਡਿਪਾਰਟਮੈਂਟ ਹੈ ਅਕਸਰ ਹੀ ਕਰਾਉਂਦਾ ਰਹਿੰਦਾ, ਤਾਂ ਕਿ ਯੂਥ, ਕਿਉਂਕਿ ਮੈਂ ਇੱਥੇ ਆਪਣੇ ਡਿਸਟ੍ਰਿਕਟ ਨੂੰ ਯੂਥ ਨੂੰ ਰਿਪਰੈਜ਼ੈਂਟ ਕਰਦਾ ਹਾਂ, ਅਤੇ ਵੱਖ-ਵੱਖ ਮੌਕਿਆਂ ਦੇ ਉੱਪਰ ਅਸੀਂ ਮਤਲਬ ਇਹੋ ਜਿਹੇ ਪ੍ਰੋਗਰਾਮ ਆ ਜਿਹੜੇ ਉਹ ਕਰਵਾਉਂਦੇ ਰਹਿੰਦੇ ਹਾਂ। ਕਿਉਂਕਿ ਇਹਦੇ ਵਿੱਚ ਸਾਡੇ ਕੋਲੇ ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ, ਯੂਥ ਕਲੱਬਾਂ ਦੇ ਬੱਚੇ ਆਏ ਹੋਏ ਨੇ, ਜਿਹੜੇ ਆਪਣਾ ਕੰਪੀਟੀਸ਼ਨ 'ਚ ਵੀ ਭਾਗ ਲੈ ਰਹੇ ਨੇ, ਸੈਮੀਨਾਰ 'ਚ ਵੀ ਭਾਗ ਰਹੇ ਨੇ, ਅਤੇ ਡੈਕਲਾਮੇਸ਼ਨ ਸਪੀਚ ਦੇ ਵਿੱਚ ਵੀ ਭਾਗ ਲੈ ਰਹੇ ਨੇ। ਸੋ ਸਾਡੀ ਇਹ ਮਤਲਬ
ਡਿਪਾਰਟਮੈਂਟ ਦਾ ਜਿਹੜੀ ਇਹ ਸੋਚ ਹੈ ਜਾਂ ਉਹਦਾ ਇਹੀ ਉਦੇਸ਼ ਹੈ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਉਹ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਜਾਂ ਉਸ ਤੋਂ ਵੀ ਹੋਰ ਕਿ ਅਬਰੋਡ ਦਾ ਜਿਹੜਾ ਹੈਗਾ ਚੱਲਣ ਹੈ, ਜਿਹੜਾ ਹੈ ਕਿ ਬੱਚੇ ਸਾਡਾ ਆਪਣਾ ਦੇਸ਼ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਕਿਸੇ ਨਾ ਆਪਣੇ ਸਿਸਟਮ ਤੋਂ ਤੰਗ ਆ ਕੇ, ਜਾਂ ਹੋਰ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਨੇ। ਸੋ ਉਹਨਾਂ ਨੂੰ ਦੱਸਿਆ ਜਾਂਦਾ ਹੈਗਾ, ਇੱਥੇ ਸਮਝਾਇਆ ਜਾਂਦਾ ਕਿ ਕਿਉਂਕਿ ਸਾਡੇ ਨਾਲ ਜਿਹੜਾ NSS ਦੇ ਬੱਚੇ ਨੇ ਜਿਹੜੇ ਉਹ ਵੀ ਅਟੈਚਡ ਹੁੰਦੇ ਨੇ, ਕਿ ਉਹਦੇ ਵਿੱਚ ਸਮਾਜ ਦੀ ਸੇਵਾ ਦੇ ਦਾ ਜਿਹੜਾ ਕਨਸੈਪਟ ਆ ਉਹ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਇੱਕ ਆਦਰਸ਼ ਮਨੁੱਖ ਵੀ ਬਣ ਸਕਦੇ ਹਾਂ, ਹੈ ਨਾ, ਤੇ ਵਧੀਆ ਜੌਬ ਵੀ ਪ੍ਰਾਪਤ ਕਰ ਸਕਦੇ ਹਾਂ। ਤੇ ਇਸ ਕਰਕੇ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ, ਲੋੜ ਹੈ ਜਿਹੜੀ ਉਹ ਸਿਰਫ ਮਿਹਨਤ ਕਰਨ ਦੀ ਹੀ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਯੂਥ ਹੈ ਉਹ ਗਲਤ ਪਾਸੇ ਨੂੰ ਜਦੋਂ ਪੈ ਜਾਂਦਾ, ਤੇ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਮਿਹਨਤ ਤੋਂ ਪਰਾਂ ਹਟਾਉਂਦੀਆਂ ਨੇ। ਸੋ ਉਹਦੇ ਨਾਲ ਜੋੜ ਲਈ, ਕਿਉਂਕਿ ਉਹਨਾਂ ਨੂੰ ਸਿਰਫ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈ। ਬਹੁਤ ਜ਼ਿਆਦਾ એનર્ਜੀ ਆ ਯੂਥ ਦੇ ਵਿੱਚ। ਇਹ ਨਹੀਂ ਹੈ ਕਿ ਸਾਡਾ ਯੂਥ ਮਾੜਾ ਹੈਗਾ, ਬਹੁਤ ਅੱਛਾ ਯੂਥ ਹੈ, ਬਹੁਤ ਕੁਛ ਉਹਨਾਂ ਦੇ ਅੰਦਰ ਭਰੇ ਪਏ ਨੇ ਉਹ એનર્ਜੀ ਦੇ ਨਾਲ, ਪਰ ਉਹ ਜ਼ਰੂਰਤ ਸਿਰਫ ਇਹ ਹੈ ਕਿ ਚੈਨਲਾਈਜ਼ ਕਰਨ ਦੀ। ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਪਾਸੇ ਜਾ ਰਹੇ ਨੇ। ਸੋ ਇਹੋ ਜਿਹੇ ਪ੍ਰੋਗਰਾਮ ਲਿਖੇ ਜਾਂਦੇ ਨੇ ਤਾਂ ਕਿ ਯੂਥ ਹੈ ਜਿਹੜਾ ਉਹਨੂੰ ਮੋੜ ਕੇ ਇੱਥੇ ਲਿਆਂਦਾ ਜਾਵੇ, ਇੱਕ ਪਲੇਟਫਾਰਮ ਤੇ ਖੜਾ ਕੀਤਾ ਜਾਵੇ, ਉਹਨਾਂ ਨੂੰ ਅਸਲ ਸ਼ਕਤੀ ਹੈ ਜਿਹੜੀ ਦੱਸੀ ਜਾਵੇ ਵੀ ਤੁਸੀਂ ਕਿਸ ਲੈਵਲ ਤੇ ਹੋ, ਤੁਸੀਂ ਕੀ ਕਰ ਸਕਦੇ ਹੋ। इस करके प्रोग्राम किए जाते हैं। लुधियाना से नवल की रिपोर्ट। पंजाब में बेअदबियों के मामले अक्सर ही सामने आते रहते हैं। पंजाब में सभी धर्मों के लोग बहुत ही प्यार से रहते हैं। इसके बावजूद कुछ असामाजिक तत्व हिंदू सिख एकता को तोड़ने के प्रयास से बेअदबियां करते हैं। ऐसा ही मामला सामने आया है लुधियाना के एक चिकन की दुकान से, जहां पर लगे सोफों पर ओम बना हुआ था, जिस पर लोग बैठकर मांस का सेवन करते हैं, जिससे हिंदुओं की भावनाएं आहत हुई है। इस मामले ने उस समय तूल पकड़ा जब चावला चिकन के मालिक के खिलाफ शिवसेना नेता रितेश राजा और उनके अन्य साथियों ने विरोध जताया। शिवसेना नेता ने आरोप लगाया है कि दुकान के मालिक द्वारा जानबूझकर यह सब किया जा रहा है। उन्होंने यह भी कहा है कि अगर दुकान के मालिक के खिलाफ पर्चा दर्ज नहीं होता है तो शिवसेना नेता और उनके अन्य सहयोगी दुकान के मालिक के खिलाफ पक्का मोर्चा लगाएंगे। ਸਾਨੂੰ 2-4 ਦਿਨ ਤੋਂ ਕੋਲਾਂ ਬਹੁਤ ਪੰਜਾਬ ਸਤਰ ਤੋਂ ਵੀ ਆ ਰਹੀਆਂ ਸੀ, ਲੁਧਿਆਣਾ ਲੈਵਲ ਲੋਕਲ ਤੇ ਹਿੰਦੂ ਸਮਾਜ ਦੀ ਆ ਰਹੀ ਸੀਗੀ, ਜਿਹਦੇ ਵਿੱਚ ਸਾਨੂੰ ਕਿਹਾ ਦੱਸਿਆ ਗਿਆ ਵੀ ਕੋਈ ਚਾਵਲਾ ਚਿਕਨ ਕੋਈ ਚਿਕਨ ਦੀ ਦੁਕਾਨ ਹੈ ਵੀ ਜਿਹੜੀ ਸਾਊਥ ਸਿਟੀ ਦੇ ਨਹਿਰ ਦੇ ਉੱਪਰ ਆ, ਵੀ ਉਹਦੇ ਵਿੱਚ ਕੋਈ ਕੁਰਸੀਆਂ ਇਹੋ ਜਿਹੀ ਜਿਹਦੇ ਵਿੱਚ ਸਾਡੇ ਜਿਹੜੇ ਕਹਿੰਦੇ ਭਗਵਾਨ ਭੋਲੇਨਾਥ ਜਿਹੜੇ ਇੱਕ ਨਿਸ਼ਾਨ ਚਿੰਨ੍ਹ ਮੰਨਿਆ ਗਿਆ, ਜਿਹਦੇ ਵਿੱਚ ਓਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨਾਂ ਦੀ ਤਸਵੀਰਾਂ ਬਣਾ ਕੇ ਕੁਰਸੀਆਂ ਉੱਪਰ ਲਾਈਆਂ ਹੋਈਆਂ ਸੀਗੀਆਂ, ਵੀ ਜਿਹਦੇ ਵਿੱਚ ਸਾਡੇ ਸਨਾਤਨ ਧਰਮ ਦੀ ਜਿਹੜੀ ਬੇਅਦਬੀ, ਸਾਡਾ ਹਿੰਦੂ ਧਰਮ ਜਿਹੜੀ ਬੇਅਦਬੀ ਉਹਦੇ ਵਿੱਚ ਕੀਤੀ ਗਈ। ਜਦੋਂ ਸਾਨੂੰ ਪਤਾ ਲੱਗਾ, ਸਾਡੀ ਪ੍ਰੋਪਰ ਟੀਮ ਇੱਕ ਸਟਿੰਗ ਆਪਰੇਸ਼ਨ ਕਰਕੇ ਮੀਡੀਆ ਨੂੰ ਆਪਣੇ ਨਾਲ ਲੈ ਕੇ, ਪੁਲਿਸ ਨਾਲ ਲੈ ਕੇ ਅਸੀਂ ਉੱਥੇ ਰੇਡ ਕੀਤੀ, ਔਰ ਅਸੀਂ ਦੇਖਿਆ ਐਜ਼ ਇਟ ਇਜ਼ ਕੁਰਸੀਆਂ ਜਿਵੇਂ ਸਾਨੂੰ ਲੋਕਾਂ ਨੇ ਦੱਸਿਆ ਜੀ ਫੋਨ ਕਰਕੇ, ਉੱਦਾਂ ਹੀ ਕੁਰਸੀਆਂ ਐਜ਼ ਇਟ ਇਜ਼ ਉੱਥੇ ਪਈਆਂ ਹੋਈਆਂ ਸੀਗੀਆਂ। ਤੁਸੀਂ ਮੈਨੇਜਰ ਨੂੰ ਪਹਿਲਾਂ ਅਸੀਂ ਪੁੱਛਿਆ ਵੀ ਤਾਂ ਮਾਲਕ ਕੌਣ ਆ, ਤੇ ਉਹ ਕਹਿੰਦੇ ਮਾਲਕ ਤਾਂ ਹੈ ਨਹੀਂ, ਮੈਨੇਜਰ ਸਾਹਿਬ ਨੂੰ ਬੁਲਾਓ ਜੀ। ਮੈਨੇਜਰ ਸਾਹਿਬ ਤੁਸੀਂ ਇਹ ਓਮ ਲਿਖਾਇਆ ਹੋਇਆ ਵਾ, ਵੀ ਇਹ ਤੁਸੀਂ ਕਿਸ ਅਧਿਕਾਰ ਉੱਤੇ ਲਿਖਾਇਆ ਵੀ ਸਾਡਾ ਧਾਰਮਿਕ ਚਿੰਨ੍ਹ ਹੈ, ਜਿਹਦੀ ਤੁਸੀਂ ਉੱਪਰ ਬਹਿ ਰਹੇ ਹੋ, ਝੂਠੇ ਹੱਥ ਲੱਗ ਰਹੇ ਨੇ, ਸਾਡੀ ਕਿਹੜੀ ਵੱਡੀ ਬੇਅਦਬੀ ਆ। ਕਹਿੰਦੇ ਸਰ ਸਾਨੂੰ ਤਾਂ ਪਤਾ ਨਹੀਂ ਸੀ, ਕੁੜੀਆਂ ਬਾਹਰ ਕੁਰਸੀਆਂ ਬਾਹਰੋਂ ਮੰਗਾਈਆਂ ਨੇ। ਮੈਂ ਉਹਨਾਂ ਦਾ ਸਵਾਲ ਜਿਹੜਾ ਜਵਾਬ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਵੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਨਿਸ਼ਾਨ ਚਿੰਨ੍ਹ ਬੰਦਾ ਜਿਹੜੀ ਮੁੰਡਾ ਖੁਦ ਹਿੰਦੂ ਪਰਿਵਾਰ ਸੰਬੰਧ ਰੱਖਦਾ ਆ, ਵੀ ਜਾਣ ਬੁੱਝ ਕੇ ਅਣਗਹਿਲੀ ਕੀਤੀ ਗਈ। ਉਹ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਉੱਥੇ ਦੋ ਸਾਨੂੰ ਇਹੋ ਜਿਹੇ ਲੋਕ ਵੀ ਮਿਲੇ ਵੀ ਭਾਜੀ ਅਸੀਂ ਇਹਨੂੰ 3 ਸਾਲ ਪਹਿਲੇ ਵੀ ਕਿਹਾ ਸੀ ਵੀ ਕੁਰਸੀਆਂ ਚੇਂਜ ਕਰ ਦਿਓ, ਵੀ ਇੱਥੇ ਸਾਡਾ ਭਗਵਾਨ ਭੋਲੇਨਾਥ ਜਿਹੜਾ ਨਿਸ਼ਾਨ ਚਿੰਨ੍ਹ ਲੱਗਾ ਹੋਇਆ ਵਾ ਵੀ ਸਾਡੀ 'ਚ ਬੇਅਦਬੀ ਹੋ ਰਹੀ, ਪਰ ਉਹਨਾਂ ਨੇ ਅਣਗਹਿਲੀ ਕਰਕੇ ਉਸ ਚੀਜ਼ ਨੂੰ ਕੰਟੀਨਿਊ ਰੱਖਿਆ। ਮਤਲਬ ਕਿਤੇ ਨਾ ਕਿਤੇ ਚੀਜ਼ ਸਮਝ ਆ ਗਈ, ਕੋਈ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ, ਮਤਲਬ ਗਲਤੀ ਨਹੀਂ ਹੈਗੀ, ਜਾਣ ਬੁੱਝ ਕੇ ਹੀ ਇਸ ਸਿਸਟਮ ਨੂੰ ਬਣਾਇਆ ਗਿਆ। ਅਸੀਂ ਅਜੇ PIU ਉਠਾਣੇ ਆ ਚੁੱਕੇ, ਦਰਖਾਸਤ ਦੇ ਚੁੱਕੇ ਹਾਂ, ਔਰ ਅਸੀਂ ਐਸਐਸਪੀ ਸਾਹਿਬ ਕੋਲ ਮੰਗ ਇਹੀ ਕੀਤੀ ਹੈ ਸਾਨੂੰ FIR ਦੀ ਕਾਪੀ ਚਾਹੀਦੀ ਹੈ। ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ FIR ਦੀ ਕਾਪੀ ਪ੍ਰੋਵਾਈਡ ਕਰਾ ਦਾਂਗੇ। ਜੇ ਸਾਨੂੰ FIR ਕਾਪੀ ਨਹੀਂ ਮਿਲਦੀ, ਸਾਡੀ ਅਗਲੀ ਜੇ ਪ੍ਰੋਟੈਸਟ ਹੈ ਉਹ ਸਾਨੂੰ ਫਿਰ ਸਾਡੀ ਗੱਡੀਆਂ ਦਰੀਆਂ ਦੇ ਪਈਆਂ ਵਿਛਾ ਕੇ ਅਸੀਂ ਬਹਿ ਜਾਵਾਂਗੇ। ਸਾਊਥ ਸਿਟੀ ਤੇ ਆਪਣੇ ਸ਼ਿਵ ਸੈਨਾ ਦੇ ਪ੍ਰਚਾਰਕ ਸਮਰਥਨ ਭਾਨੂ ਪ੍ਰਤਾਪ ਹੋਣੀ, ਰਿਤੇਸ਼ ਰਾਜਾ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਇੱਕ ਕਿ ਇੱਥੇ ਚਾਵਲਾ ਚਿਕਨ ਵਾਲਿਆਂ ਤੇ ਜਿਹੜੀਆਂ ਚੇਅਰਸ ਲੱਗੀਆਂ ਨੇ, ਸਿਟਿੰਗ ਚੇਅਰਸ, ਤੇ ਉਹਨਾਂ ਤੇ ਓਮ ਲਿਖਿਆ ਹੋਇਆ ਹੈ, ਜਿਹੜੀ ਮਤਲਬ ਬੇਅਦਬੀ ਹੈ। ਉਸ ਤੇ ਹੁਣ ਇਹ ਦਰਖਾਸਤ ਦੇ ਰਹੇ ਨੇ ਸਾਨੂੰ, ਦਰਖਾਸਤ ਤੇ ਜੋ ਬਣਦੀ ਕਾਰਵਾਈ ਜੋ ਅੰਡਰ ਸੈਕਸ਼ਨ ਹੋਈ ਸੀ ਸਰ, ਪਹਿਲੇ ਵਾਰਨਿੰਗ ਦਿੱਤੀ ਗਈ ਹੈ ਕਿ ਸਿੱਧਾ ਹੀ ਕੋਈ ਕਾਰਵਾਈ? ਪਹਿਲਾਂ ਮੇਰੇ ਧਿਆਨ 'ਚ ਨਹੀਂ ਸੀ, ਮੈਂ ਤਾਂ ਹੁਣੇ ਇੱਥੇ ਜੁਆਇਨ ਕੀਤਾ ਐਜ਼ SHO। ਇਹਨਾਂ ਨੇ ਦੱਸਿਆ ਸੀ ਪਹਿਲਾਂ 3 ਸਾਲ ਪਹਿਲਾਂ ਅਸੀਂ ਇਹਨਾਂ ਨੂੰ ਵਾਰਨ ਕੀਤਾ ਸੀਗਾ, ਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸੀਗਾ, ਇਸੇ ਕਰਕੇ ਵਾਰਨ ਨਹੀਂ ਕੀਤਾ ਸੀਗਾ ਇਹਨਾਂ ਨੂੰ। ਇਹਨਾਂ ਨੇ ਕੁਰਸੀਆਂ ਨਹੀਂ ਚੁਕਾਈਆਂ ਤੇ ਹੁਣ ਦੁਬਾਰਾ ਦਰਖਾਸਤ ਦਿੰਦੇ ਆ ਜੀ ਉਹ ਬਣਦੀ ਕਾਰਵਾਈ ਸੀ ਕਰਾਂਗੇ। ਹੁਣ ਤੁਸੀਂ ਸਰ ਵਾਰਨਿੰਗ ਕਰੋਗੇ ਕਿ ਇਹਨਾਂ ਦੇ ਕਾਰਵਾਈ ਕਰੋਗੇ? ਨਹੀਂ ਕਾਰਵਾਈ ਕਰਾਂਗੇ, ਜੋ ਬਣਦੀ ਕਾਰਵਾਈ ਕਰਾਂਗੇ। ਕਿਸੇ ਨਾ ਕਿਤੇ ਧਾਰਮਿਕ ਭਾਵਨਾ ਦੇ ਨਾਲ ਜੁੜਿਆ ਮੁੱਦਾ ਜੀ ਇਹ, ਤਾਂ ਅਕਸਰ ਜਿਹੜੀਆਂ ਕਾਰਵਾਈਆਂ ਨਹੀਂ ਕਰ ਪਾਉਂਦੇ ਅਸੀਂ ਲੋਕ, ਤਾਂ ਇਹਨਾਂ ਦੇ ਉੱਪਰ ਸਖਤ ਐਕਸ਼ਨ ਲੈਣ ਦੀ ਲੋੜ ਹੈਗੀ ਹੈ ਸਰ? ਬਿਲਕੁਲ ਸਖਤ ਐਕਸ਼ਨ ਲੈਣ ਦੀ, ਜੇ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਹੈ ਤਾਂ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ। लुधियाना से सलमान की रिपोर्ट।
शिवसेना बाल ठाकरे शिंदे ग्रुप पंजाब के प्रधान हरीश सिंगला ने आज लुधियाना में एक प्रेस वार्ता की, जिसमें उन्होंने सनातन धर्म का प्रचार करने वाले बागेश्वर धाम के संत धीरेन्द्र कृष्ण शास्त्री द्वारा किए जा रहे प्रयासों की प्रशंसा की है। उन्होंने कहा है कि धीरेन्द्र शास्त्री द्वारा सनातन धर्म छोड़कर दूसरे धर्म में गए लोगों को वापस सनातन धर्म में लाया जा रहा है और सनातन धर्म का प्रचार जोरों शोरों से किया जा रहा है, जो कि बहुत ही सराहनीय है। हरीश सिंगला ने कहा है कि जो भी व्यक्ति उनका विरोध कर रहे हैं उन्हें जवाब देते हुए उन्होंने कहा है कि जो लोग सनातन के विरोधी हैं वही उनका विरोध कर रहे हैं। हरीश सिंगला ने कहा कि सनातन धर्म एक ऐसी शक्ति है जहां हाथ जोड़कर जो मांगा जाता है वह प्राप्त हो जाता है और सनातन से बड़ी कोई शक्ति नहीं है। वहीं उन्होंने लोगों से अधिक सनातन धर्म से जुड़ने की भी अपील की। आज सारे सोशल मीडिया के ऊपर ਜਿਹੜੇ देश विरोधी और साढ़े धर्म विरोधी लोग हैं उन्होंने खिलाफ बोल रहे हैं, लेकिन शिवसेना बाल ठाकरे शिंदे ग्रुप पंजाब उन्होंने पूरा समर्थन करता है कि उन्होंने अपने धर्म के प्रचार के लिए सनातन के प्रचार के लिए जो बीड़ा चुक्या है असी हमेशा उन्होंने नाल रहांगे, क्योंकि सनातन तो बड़ी कोई शक्ति नहीं हैगी। सनातन ही एक ऐसा धर्म है जिथे असी जाके टल्ली मार के हथ जोड़ के जो मंगते हैं सानू मिल जाता है। बाकी धर्मां दे विच बड़ा कुछ करना पैंदा है, लेकिन सनातन के मंत्र उच्चारण जिहड़े हैं उन्हां वो एक शक्ति का प्रतीक है, जिन्हां दा प्रचार बागेश्वर धाम दे अपना धर्मेंद्र कृष्ण शास्त्री द्वारा जो किया जा रहा है, जो सनातन की शक्ति का प्रदर्शन लोगों को दिखाया जा रहा है, बड़े बड़े चैलेंज जिहड़े स्वीकार किए जा रहे हैं, उन्हां लई उन्हां दा बहुत बहुत धन्नवाद। ते हमेशा मैं मेरी टीम उन्हां दे हमेशा नाल रहेगी। सनातन धर्म का कोई भी प्रचार करने के लिए अगे आएगा, हमेशा असीं उस दे नाल खड़ांगे। आत्मा ब्यूरो की रिपोर्ट। बंदी सिंहों की रिहाई के लिए संघर्ष कर रहे नेशनल जस्टिस फ्रंट द्वारा गणतंत्र दिवस को काला दिवस के रूप में मनाया जाएगा। किसान मोर्चा द्वारा इस दिन विरोध मार्च भी निकाला जाएगा। बता दें कि चंडीगढ़ की सीमा पर सिख संगठनों ने कड़ा मोर्चा खोल दिया है। मोर्चे के नेताओं ने बंदी सिंहों की रिहाई के साथ ही गुरु ग्रंथ साहिब के दोषियों को सजा देने की मांग की है। मोर्चे के नेताओं ने कहा है कि 26 जनवरी को गणतंत्र दिवस पर मोर्चा धरना प्रदर्शन करते हुए पंजाब और केंद्र सरकार के खिलाफ नारेबाजी करेगा। मार्च को लेकर सोमवार मोर्चा के नेताओं ने विरोध मार्च का रूट प्लान भी जारी कर दिया। आगुओं ने कहा कि पंजाब और हरियाणा दोनों राज्यों के लोग बड़ी संख्या में मोर्चे में शामिल होंगे और सरकारों को बंदी सिंहों को रिहा करने के लिए मजबूर करेंगे। विरोध मार्च 26 जनवरी को सुबह 11 बजे मोहाली के वाईपीएस चौक से शुरू होकर विभिन्न स्थानों से होता हुआ वापस वाईपीएस चौक पर समाप्त होगा। देखो अज ਜਿਹੜੀਆਂ ਮੰਗਾਂ ਨੇ ਜਿੱਥੇ ਆਪਾਂ ਹਮੇਸ਼ਾ ਕਿਸਾਨਾਂ ਦੀਆਂ ਮੁੱਖ ਮੰਗਾਂ ਹੁੰਦੀਆਂ ਨੇ, ਜਿਵੇਂ ਕਿ ਸਾਡੇ ਕਿਸਾਨਾਂ ਦੇ ਉੱਤੇ ਪਰਾਲੀ ਨੂੰ ਅੱਗ ਲਾਉਣ ਦੇ 2020 ਦੇ ਵਿੱਚ ਪਰਚੇ ਜਿਹੜੇ ਦਰਜ ਕੀਤੇ ਹੁਣ ਨੋਟਿਸ ਆ ਚੁੱਕੇ ਨੇ। ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਮਸਲਾ ਭਖਿਆ ਹੋਇਆ, ਕਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਜਿਹੜੀ ਕਿ ਇੱਕ ਆਪਾਂ ਕਹਿ ਲਈਏ ਬਹੁਤ ਹੀ ਵੱਡੀ ਤਸੱਦਦ ਵਾਲੀ ਗੱਲ ਆ। क्योंकि ਜਿਹੜਾ ਇਨਸਾਨ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਕਾਨੂੰਨ ਦੇ ਮੁਤਾਬਕ ਉਹਦਾ ਰਿਹਾ ਹੋਣਾ ਬਣਦਾ। ਜੇਕਰ ਸਰਕਾਰਾਂ ਸਿੱਖਾਂ ਦੇ ਪ੍ਰਤੀ ਇਹ ਦੋਹਰਾ ਮਾਪਦੰਡ ਅਪਣਾਉਂਦੀਆਂ ਨੇ ਉਹ ਬਹੁਤ ਨਿੰਦਣਯੋਗ ਆ, ਕਿਉਂਕਿ ਜਿਹੜੇ ਸਿੱਖ ਕੌਮ ਆ, ਜਿਹੜੇ ਸਿੱਖ ਆ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਬੜੀ ਵੱਡੀ ਕੁਰਬਾਨੀ ਦਿੱਤੀ ਆ ਉਹਨਾਂ ਨੇ। ਤੇ ਸਾਡੀ ਇਹ ਮੰਗ ਆ ਜਿਹੜੇ ਸਿੰਘ ਆ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਣਾ ਬਣਦਾ। ਤੇ ਬੀਕੇਯੂ ਡਕਾਉਂਦਾ ਇਸ ਮੰਗ ਦੇ ਉੱਤੇ ਜਿਹੜੇ ਉੱਥੇ ਮੋਰਚਾ ਲੱਗਿਆ ਹੋਇਆ ਮੋਹਾਲੀ ਚੰਡੀਗੜ੍ਹ ਉਹਦੇ ਨਾਲ ਡਟ ਕੇ ਖੜੀ ਹਮਾਇਤ ਕਰ ਰਹੀ ਹੈ। ਅੱਜ ਅਸੀਂ ਜੋ ਕਿਸਾਨਾਂ ਦੇ ਲੋਕਲ ਮਸਲੇ ਆ ਉਹ ਕਈ ਵਾਰ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆਂਦੇ ਆ, ਕਈ ਵਾਰ ਵੱਖ-ਵੱਖ ਤਹਿਸੀਲਾਂ ਦੇ ਵਿੱਚੋਂ ਐਡੀਮਾ ਰਾਹੀਂ ਮੰਗ ਪੱਤਰ ਭੇਜੇ ਆ, ਪਰ ਉਹਦੇ ਤੇ ਕੋਈ ਗੌਰ ਨਹੀਂ ਹੋਈਗੀ। ਅੱਜ ਅਸੀਂ ਡੀਸੀ ਦਫ਼ਤਰ ਨੂੰ ਚੇਤਾਵਨੀ ਦੇਣ ਆਏ ਆ ਵੀ ਜੇ 15 ਦਿਨਾਂ ਦੇ ਵਿੱਚ ਸਾਡੇ ਜਿਹੜੇ ਮਸਲੇ ਆ ਹੱਲ ਨਾ ਕੀਤੇ ਗਏ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੱਡਾ ਮੋਰਚਾ ਲਾਵਾਂਗੇ ਜਿਹੜਾ ਅਣਮਿੱਥੇ ਸਮੇਂ ਲਈ ਲੱਗੂਗਾ। ਜਿਵੇਂ ਅਸੀਂ ਫਸਲਾਂ ਸਾਡੀਆਂ ਪਿਛਲੇ ਸਾਲ ਫਸਲਾਂ ਬੇਮੌਸਮੀ ਬਾਰਿਸ਼ ਕਾਰਨ ਆਲੂ ਦੀ ਫਸਲ, ਕਣਕ ਦੀ ਫਸਲ, ਸਬਜ਼ੀਆਂ ਖਰਾਬ ਹੋਈਆਂ, ਪ੍ਰਸ਼ਾਸਨ ਨੇ ਗਿਰਦਾਵਰੀ ਕਰਾਈ ਆ ਪਰ ਅੱਜ ਤੱਕ ਪੰਜੀ ਨਹੀਂ ਦਿੱਤੀ। ਆ ਮੂੰਗੀ ਜਿਹੜੀ MSP ਸੀਗੀ ਕਹਿੰਦੇ ਮੂੰਗੀ ਦੇ ਪੂਰਾ ਰੇਟ ਦੇਵਾਂਗੇ, ਉਹਦੇ ਤੇ ਸਿਰਫ 10-15% ਲੋਕਾਂ ਨੂੰ
ਉਹ ਰੇਟ ਦਿੱਤਾ 1000 ਰੁਪਏ ਜਿਹੜਾ ਕਿੱਲੇ ਦਾ ਮੰਨੇ ਸੀਗੇ। ਬਾਕੀ ਜਿਹੜੇ 70-80% ਲੋਕ ਆ ਉਹ ਉਵੇਂ ਹੀ ਫਿਰਦੇ ਆ। ਉਹਨਾਂ ਨੂੰ ਉਹ ਕੋਈ ਵੀ ਆੜ੍ਹਤੀ ਆ ਜਾਂ ਕੋਈ ਮਾਰਕੀਟ ਕਮੇਟੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਸੀਗੀ। ਇਸੇ ਤਰ੍ਹਾਂ ਅਸੀਂ ਬਾਰ-ਬਾਰ ਬੇਨਤੀ ਕਰਦੇ ਆਏ ਹਾਂ ਵੀ ਜਿਹੜੇ ਅਵਾਰਾ ਡੰਗਰ ਤੁਰੇ ਫਿਰਦੇ ਆ ਜਿਵੇਂ ਕਿ ਗਾਈਆਂ, ਰੋਜ਼, ਸੂਰ, ਉਹ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਕਰ ਰਹੇ ਆ ਤੇ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। 15 ਦਿਨ ਦੇ ਵਿੱਚ ਜੇ ਸਾਡੇ ਮਸਲਿਆਂ ਵੱਲ ਕੋਈ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ DC ਦਫ਼ਤਰ ਦੇ ਅੱਗੇ ਲਗਾਤਾਰ ਧਰਨਾ ਲਾ ਕੇ ਬੈਠਾਂਗੇ ਤੇ ਪੂਰੀਆਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਮੋਰਚਾ ਲਾਵਾਂਗੇ, ਕਿਉਂਕਿ ਅਸੀਂ ਆਉਂਦੇ ਹਾਂ, ਸਾਨੂੰ ਝੂਠੇ ਵਾਅਦੇ ਕੀਤੇ ਜਾਂਦੇ ਆ ਪ੍ਰਸ਼ਾਸਨ ਵੱਲੋਂ, ਪਰ ਸਾਡੀ ਇੱਕ ਵੀ ਮੰਗ ਆ ਜਿਹੜੀ ਮੰਨੀ ਨਹੀਂ ਗਈ। ਜਿਵੇਂ ਕੋਆਪਰੇਟ ਸੁਸਾਇਟੀਆਂ ਦੇ ਵਿੱਚ ਸਾਡੇ ਕਿਸਾਨ ਆ, ਸਾਡੀਆਂ ਸੁਸਾਇਟੀ ਦੇ ਪ੍ਰਧਾਨ ਆ, ਜਿਹੜਾ ਇੱਕ ਇਹਨਾਂ ਦਾ ਮੁਲਾਜ਼ਮ ਰੱਖਿਆ ਹੁੰਦਾ, ਫੰਡ ਉਹ ਖਾ ਜਾਂਦਾ, ਘਪਲਾ ਉਹ ਕਰ ਜਾਂਦਾ। ਉਹ ਜਿਹੜੇ ਮੈਂਬਰ ਹੁੰਦੇ ਆ ਸਾਡੀਆਂ ਕਮੇਟੀਆਂ ਦੇ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬੰਦ ਕੀਤੀਆਂ ਜਾਂਦੀਆਂ, ਉਹਨਾਂ 'ਤੇ ਰੋਕ ਲਾਈ ਜਾਂਦੀ ਆ, ਉਹ ਵਿਕ ਨਹੀਂ ਸਕਦੀਆਂ। ਇਹ ਲਗਾਤਾਰ ਵਧੀਕੀਆਂ ਸਾਡੇ ਨਾਲ ਹੋ ਰਹੀਆਂ ਵਾ, ਇਹਦੇ ਖਿਲਾਫ ਅੱਜ ਅਸੀਂ ਇੱਥੇ। आज अमृतसर में मॉरिशस की राजदूत मैरी क्लेयर जे मॉन्टी सचखंड श्री हरमंदिर साहिब में नतमस्तक होने पहुंची। उन्होंने नतमस्तक होकर वाहेगुरु का आशीर्वाद लिया और सरबत के भले के लिए प्रार्थना की। इसके बाद राजदूत मैरी क्लेयर जे मॉन्टी ने श्री गुरु रामदास जी लंगर हॉल का दौरा किया और लंगर हॉल में सेवा की। इस मौके उन्हें शिरोमणि समिति सूचना केंद्र के अधिकारियों द्वारा सम्मानित भी किया गया। I feel I'm a privileged person to be the representative of my country, of my government, led by Honorable Praveen Jagannath, who is a friend of Honorable Modi ji. And it's the tie with Mother India, which is the opportunity, which is the token of the golden tie of Mauritius with Mother India. It's a bond that is sacred. It's a bond of a lifetime. And I am the privileged person today to set my foot for the first time in the Golden Temple. My eyes were not enough to look in every nook and corner and to see the hospitality, the generosity, and the devotion of people around, preparing food, sharing in the most cleanliest way I've ever seen. It's the first time I have the opportunity to set my foot there, to pray and to drink that sacred water. And I wish to thank each and everyone, the director, all those, the sub-director, my guide, and all those who have welcomed me so warmly. So what is characteristic of this Golden Temple is that when you first set your foot at the very entrance, your flesh creep. It's a warmth, it's sacredness is everywhere, in the air, in the eyes of people, in the warmth of the welcome, in every stone, every window pane, everywhere you set your foot. So sacredness is there, and I wish you all the very best. I'm proud to have my ancestors who come from India, and I'm proud to be Mauritian and to have Mother India as our partner, as our mother who looks really after Mauritius. Thank you very much. As a High Commissioner of Mauritius, what a message you want to convey to your... She is not High Commissioner in Japan, in Australia, and New Zealand. So, whatever... about the visiting to Golden Temple, they want your operations, New Zealand and Australia. What I will tell is that we should learn from what generosity is, from what legacy, from tradition, from culture is, and how it is important to transmit to our new generation the precious value of faith in life, faith in people, and faith in transmission of culture of faith, and the beauty of relationship between countries. Faith remains at the center of life. It is the bedrock of our life.
अमृतसर से सुनील खोसला की रिपोर्ट। संत बाबा हजारा सिंह जी की शादी की सालगिरह के सिलसिले में जिला गुरदासपुर के कलानूर शहर के पास लोपा गांव में एक बहुत ही बड़ा संगम आयोजित किया गया था, जिसमें बाबा अमरीक सिंह जी के सुपुत्र बाबा तरणप्रीत सिंह शामिल थे। पत्रकारों से बात करते हुए देश विदेश में रहने वाले पंजाबी चाहते हैं कि बाबा जी का विवाह समारोह अच्छा हो और इस कार्यक्रम में लोगों के लिए बड़े बड़े लंगरों का इंतजाम भी किया गया था। आम आदमी पार्टी के सर्कल अध्यक्ष ने पत्रकारों से बात करते हुए उनकी और उनकी पूरी पार्टी की ओर से संत बाबा हजारा सिंह जी की संगत को बधाई दी। बड़ी श्रद्धा के भावना नाल मिल के धन धन पूर्ण ब्रह्म ज्ञानी संत बाबा हजारा सिंह जी का विआह पूर्व सालाना जोड़ मेला हर साल की तरह संगतां बड़ी श्रद्धा के भावना नाल मना रही हैं, जिसदे विच गुरमत समागम सवेर तो चल रहे हैं, जिस विच भाई जसबीर सिंह जी डेरा बाबा नानक कीर्तनी जथा, जसविंदर सिंह जी हजूरी रागी तपस्थान निके घुमना वाले ते बाबा तरनजीत सिंह जी खालसा निके घुमना वाले गुरमत समागम में कीर्तन कर रहे हैं। गुरु के लंगर भी टुट वरतते हैं। साध संगत बड़ी श्रद्धा ते भावना नाल सेवा कर रही हैं। कल दस्तारबंदी बच्चों की पगड़ी के मुकाबले भी कराए गए, जिस बच्चों ने बहुत वधिया पगड़ियां बन के पग्गा बन के गुरबाणी के भी जो बाबा जी गुरबाणी सिखाते हैं संगतां बच्चों ने गुरबाणी में भी हिस्सा लिया है। तो सारी संगत को बेनती है कि भाई वध चढ़ के गुरु घर नाल जुड़ो, अमर छक के गुरु वाले बनो जी। वाहिगुरू जी का खालसा वाहिगुरू जी की फतेह। खालसा वाहिगुरू जी की फतेह। संत बाबा हजारा सिंह जी के विआह पुरब के संबंध में उन्होंने सौरे पिंड पकीमा विखे अज विआह पुरब की खुशी में जो इलाके दी संगतां वल्लों विआह पुरब का समागम रखा गया है। सारी संगत को बाबा जी के विआह पुरब दी लख लख बधाइयां होण और नाल सत संगत भी हो रही है, गुरमत समागम हो रहे हैं। यही प्रेरणा दी जा रही है कि आप धन गुरु ग्रंथ साहिब सच्चे पातशाह के चरणों नाल जुड़िए, बाणी बाणे दे धारनी होइए। बहुत बहुत धन्यवाद। वाहिगुरू जी का फतेह। गुरु प्यारे नगर साध संगत बेनती की जाती है। साध संगत जी जो कि अज के दिन धन धन पूर्ण ब्रह्म ज्ञानी संत बाबा हजारा सिंह जी 11 माघ जो कि अज के दिन वो पिंड पकीमा विखे माता अवतार कौर नाल उन्हां दा विआह होया सी। साध संगत जी जो कि उन्हां दी याद विच असीं अज तो 22-23 साल हो गए ने जो कि उन्हां दी याद विच असीं मनाउने आ। उन्हां दी बरसियां मनाईयां जांदियां, उन्हां दी याद विच गुरमत समागम मनाए जाते हैं। साध संगत जी बहुत धूमधाम नाल गुरु के लंगर वरताए जाते हैं। रागी जथे सद के ते आम उन्हां दी याद विच साध संगत जी मेला मनाया जाता। बहुत ही धूमधाम नाल पूर्ण ब्रह्म ज्ञानी की याद में सच्चे पातशाह दी विच वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। संत बाबा हजारा सिंह जी पूर्ण ब्रह्म ज्ञानी उन्होंने विआह पुरब की याद में असीं जनाना जोड़ मेला कराउने हर साल। संगतां उत्साह नाल पिंड नगर लोपे दियां बहुत हम हमा के संगतां बहुत उत्साह नाल मेला मनाउंदियां हर साल। 24 जनवरी की 11 माघ ने मनाया जाता। वाहिगुरू जी का खालसा वाहिगुरू जी की फतेह। आत्मा ब्यूरो की रिपोर्ट। पंजाब के लुधियाना में चौड़ी सड़क स्थित रुई की दुकान में आग लग गई। दुकान में रजाई और अन्य कपड़े होने की वजह से आग तेजी से फैल गई, जिसके बाद सूचना पाकर फायर ब्रिगेड की गाड़ियां मौके पर पहुंची और करीब पौने घंटे की मशक्कत के बाद आग पर काबू पाया गया। दुकानदार भारत भूषण ने बताया कि दुकान में रजाइयां आदि बेचने के लिए रखी गई थी। अचानक दुकान से धुआं उठता दिखाई दिया। उसने शोर मचाया तो आसपास के दुकानदार मौके पर पहुंचे और काबू पाने की कोशिश की, लेकिन आग बढ़ती ही चली गई, जिसके बाद फायर ब्रिगेड को इसकी सूचना दी गई। बताया जा रहा है कि यह आग शॉर्ट सर्किट से लगी थी। इस आग में दुकानदार का काफी सामान जलकर राख हो गया, जिससे दुकानदार का काफी नुकसान हो गया। लुधियाना से कपिल कत्याल की रिपोर्ट। आज के समाचार बस यहीं तक। कल फिर हाजिर होंगे कुछ नए धार्मिक और सामाजिक समाचारों के साथ। तब तक आप बने रहिए आत्मा चैनल के साथ। जय जिनेंद्र।